ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ 'ਚ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗੇ ਲਖੀਮਪੁਰ ਕਾਂਡ ਦੀ, ਜਿਸ ਤੇ ਕਿ ਸਿਆਸੀ ਸੰਗਰਾਮ ਲਗਾਤਾਰ ਜਾਰੀ ਹੈ ਤੇ ਹੁਣ ਇਸੇ ਹੀ ਮੁੱਦੇ ਤੇ ਨਵਜੋਤ ਸਿੰਘ ਸਿੱਧੂ ਲਖੀਮਪੁਰ ਦੇ ਵਿੱਚ ਭੁੱਖ ਹੜਤਾਲ ਤੇ ਬੈਠ ਗਏ ਨੇ ਤੇ ਨਾਲ ਹੀ ਉਹਨਾਂ ਨੇ ਮੌਨ ਵਰਤ ਵੀ ਰੱਖ ਲਿਆ। ਸਿੱਧੂ ਲਖੀਮਪੁਰ ਹਿੰਸਾ ਦੇ ਵਿੱਚ ਮਾਰੇ ਗਏ ਪੱਤਰਕਾਰ ਰਮਨ ਕਸ਼ਪ ਦੇ ਘਰ ਪਹੁੰਚੇ ਤੇ ਪਰਿਵਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਰਮਨ ਕਸ਼ਪ ਦੇ ਘਰ ਦੇ ਵਿੱਚ ਹੀ ਭੁੱਖ ਹੜਤਾਲ ਤੇ ਚਲੇ ਗਏ। ਸਿੱਧੂ ਦੀ ਮੰਗ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਕਾਰਵਾਈ ਕੀਤੀ ਜਾਵੇ ਤੇ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹਨਾਂ ਦੀ ਭੁੱਖ ਹੜਤਾਲ ਜਾਰੀ ਰਹੇਗੀ। ਐਮਐਲਏ ਨੇ ਉਹ ਤੁਹਾਨੂੰ ਨਾਲ ਨਜ਼ਰ ਆ ਰਹੇ ਨੇ, ਉਹਨਾਂ ਦੇ ਨਾਲ ਤੁਹਾਨੂੰ ਬਜਿੰਦਰ ਸਿੰਘਲਾ ਜਿਹੜੇ ਪੰਜਾਬ ਦੇ ਕੈਬਨਿਟ मेरी लीडर प्रियंका जी राहुल जी से प्रेरित होके मैं यहाँ आया हूँ और जो देखा है जो सुना है वो दिल दहलाने वाला है। एक जघन्य अपराध की गाथा है। मानवीय जीवन का कोई पैसों से मूल्य नहीं लगा सकता, इसकी भरपाई नहीं हो सकती। मैं लवप्रीत जी के पिता से बात कर रहा था और वो यहां पे भी वही भावना दोहराई गई है। उन्होंने कहा कि मेरी बेटी और मैं इंसाफ चाहते हैं, नहीं चाहिए हमें पैसे। एविडेंस है, वीडियो है, एफआईआर में नाम है, विटनेस कह रहा है कि मैंने देखा, मैंने बाजू पकड़ी। एफआईआर में उसका पूरा सुरलेख है। तो फिर गिरफ्तारी इसलिए नहीं हो रही कि मंत्री जी के बेटे हैं। ਪ੍ਰਸ਼ਾਸਨ ਚਾਹੁੰਦਾ ਸੀਗਾ ਕਿ ਇਥੇ ਮੁਖਿਆਲੇ 'ਚ ਜਾ ਕੇ ਤੁਸੀਂ ਧਰਨਾ ਦਿਓ ਜਾਂ ਅਨਸ਼ਨ ਕਰੋ ਤੇ ਪਰ ਲੇਕਿਨ ਇਹ ਪਰਿਵਾਰ ਦੀ ਇੱਛਾ ਸੀ ਕਿ ਸਾਡੀ ਆਵਾਜ਼ ਨੂੰ ਬੁਲੰਦ ਕਰੋ। ਪਹਿਲਾਂ ਲਵਪ੍ਰੀਤ ਦੇ ਪਰਿਵਾਰ ਨੂੰ ਮਿਲ ਕੇ ਆਏ, ਉਹਨਾਂ ਦੇ ਪਰਿਵਾਰ ਦੀ ਵੀ ਇਹੀ ਇੱਛਾ ਸੀ ਕਿ ਸਾਡੀ ਦਰਦ ਨੂੰ, ਸਾਡੀ ਆਵਾਜ਼ ਨੂੰ ਬੁਲੰਦ ਕਰੋ। ਔਰ ਇਸੇ ਕਰਕੇ ਪੀਸੀਸੀ ਪ੍ਰੈਜ਼ੀਡੈਂਟ ਨੇ ਸਿੱਧੂ ਸਾਹਿਬ ਨੇ ਫੈਸਲਾ ਲਿੱਤਾ ਹੈ ਕਿ ਅਸੀਂ ਸਾਰੇ ਉਰੇ ਅਨਸ਼ਨ ਤੇ ਬੈਠਾਂਗੇ ਔਰ ਜਦ ਤੱਕ ਆਸ਼ੀਸ਼ ਮਿਸ਼ਰਾ ਜੀ ਦੀ ਗ੍ਰਿਫਤਾਰੀ ਨਹੀਂ ਹੁੰਦੀ ਆ, ਉਹ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰਦੇ, ਤਦ ਤੱਕ ਬੈਠੇ ਰਹਾਂਗੇ। ਨਵਜੋਤ ਸਿੰਘ ਸਿੱਧੂ ਦੇ ਨਾਲ ਬਾਕੀ ਵਫਦ ਵੀ ਇਸੇ ਤਰ੍ਹਾਂ ਅਨਸ਼ਨ ਤੇ ਲਗਾਤਾਰ ਨਾਲ ਰਹੇ ਸਾਹਮਣੇ ਬੈਠੇ, ਬਿਲਕੁਲ ਬੈਠੇ। ਅਸੀਂ ਸਾਰੇ ਇਕੱਠੇ ਆਏ ਸੀ, ਸਾਰੇ ਇਕੱਠੇ ਹੀ ਬੈਠੇ। देखो, जो लखीमपुर विखे जो दर्दनाक घटना हुई है, दिल ਨੂੰ बहुत दहलान देने वाली है। एक ਤਾਂ ਅਸੀਂ ਪੇਪਰ ਦੇ ਵਿੱਚ ਪੜ੍ਹਿਆ ਸੀ, ਅੱਜ ਜੋ ਪਰਿਵਾਰਾਂ ਦੇ ਮੂੰਹੋਂ, ਪਰਿਵਾਰਾਂ ਦੀ ਜ਼ੁਬਾਨੀ ਅੱਜ ਜਦੋਂ ਸੁਣਿਆ ਤੇ ਵਾਕਈ ਹੀ ਰੋਣਾ ਆਉਂਦਾ। ਔਰ ਇੱਕ ਇਨਸਾਨ ਦੀ ਜੋ ਹੱਤਿਆ ਇਸ ਤਰ੍ਹਾਂ ਨਿਰਮਮ ਹੋ ਸਕਦੀ ਹੈ, ਇਸ ਤਰ੍ਹਾਂ ਬੁਰੀ ਤਰ੍ਹਾਂ ਦਾ ਹੱਤਿਆ ਕੀਤੀ ਜਾ ਸਕਦੀ ਹੈ, ਸੋਚਿਆ ਨਹੀਂ ਜਾ ਸਕਦਾ। ਰਮਨ ਕਸ਼ਪ ਜੀ ਦੇ ਘਰ ਬੈਠੇ ਉਸਦੇ ਪਿਤਾ ਜੀ ਜਦੋਂ ਦੱਸ ਰਹੇ ਸੀ ਕਿ ਉਸ ਨੂੰ ਬਿਲਕੁਲ ਖਿੱਚਿਆ ਗਿਆ ਗੱਡੀ ਦੇ ਪਿੱਛੇ, ਬਿਲਕੁਲ ਇੰਨੀਆਂ ਝਰੀਟਾਂ ਆਈਆਂ ਕਿ ਉਹਨਾਂ ਦੇ ਉਹਦੇ ਤਾਅ ਨਾਲ ਉਹਨਾਂ ਦੀ ਡੈਥ ਹੋ ਗਈ। ਸੋ ਇਹ ਸਭ ਕੁਝ ਦਰਦਨਾਕ ਹਾਦਸਾ ਸੁਣ ਕੇ ਮਾਨਯੋਗ ਸਰਦਾਰ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਫੈਸਲਾ ਲਿਆ ਕਿ ਮੈਂ ਤਦ ਤੱਕ ਮੌਨ ਵਰਤ ਰੱਖਾਂਗਾ ਜਦ ਤੱਕ ਜਿਹੜਾ ਮਿਨਿਸਟਰ ਆਫ ਸਟੇਟ ਫਾਰ ਹੋਮ ਅਜੇ ਮਿਸ਼ਰਾ, ਉਸਦਾ ਬੇਟਾ ਆਸ਼ੀਸ਼ ਮਿਸ਼ਰਾ, ਜਦ ਤੱਕ ਉਹ ਇਨਵੈਸਟੀਗੇਸ਼ਨ ਜੁਆਇਨ ਨਹੀਂ ਕਰ ਲੈਂਦਾ ਤਦ ਤੱਕ ਜਿਹੜਾ ਮੌਨ ਵਰਤ ਇਨਡੈਫੀਨਿਟਲੀ ਇਸ ਤਰ੍ਹਾਂ ਜਾਰੀ ਰਹੇਗਾ। ਜੋ ਇਹਨੇ ਇੱਥੇ ਆ ਕੇ ਹਾਲਾਤ ਦੇਖੇ, ਉਹ ਬੱਚਾ ਕਿਵੇਂ ਮਾਰਿਆ, ਉਹਦੀ ਭੈਣਾਂ ਦਾ ਕੀ ਹਾਲ ਆ, ਉਹਦੇ ਬਜ਼ੁਰਗਾਂ ਦਾ ਕੀ ਹਾਲ ਆ, ਮਾਤਾ ਦਾ ਕੀ ਹਾਲ ਆ, ਇਸ ਪਰਿਵਾਰ ਦਾ ਕੀ ਹਾਲ ਆ, ਛੋਟੇ ਛੋਟੇ ਬੱਚੇ ਆ, ਉਹ ਦੇਖ ਕੇ ਇਹ ਬਰਦਾਸ਼ਤ ਸਹਿਣ ਨਹੀਂ ਕਰ ਸਕਿਆ। ਅਜੇ ਕਿ ਅਗਲੇ ਅਸੀਂ ਜਾਣਾ ਸੀ ਜਿੱਥੇ ਦੂਜੀ ਡੈਥ ਹੋਈ ਆ, ਪਰ ਇਹਦਾ ਮਨ ਇੱਥੇ ਟੁੱਟ ਗਿਆ ਵੀ ਅੱਗੇ ਵੀ ਇਹੀ ਕੁਛ ਹੋਊਗਾ ਜੋ ਇੱਥੇ ਹੈਗਾ। ਇਸ ਕਰਕੇ ਜਿਹੜਾ ਮਨ 'ਤੇ ਇਹਦੇ ਵਜਨ ਪੈ ਕੇ ਕੋਈ ਬੱਚਿਆਂ ਦਾ ਦੁੱਖ ਨਹੀਂ ਝੱਲਿਆ ਗਿਆ। ਉੱਥੇ ਉਹਦੇ ਛੋਟੇ ਛੋਟੇ ਬੱਚੇ ਆ, ਭਰਾ ਪਿਓ ਬੈਠੇ ਆ। ਇਹ ਬੜਾ ਵੱਡਾ ਹਾਦਸਾ ਜੀ, ਬਹੁਤ ਦੁਖਦਾਈ ਹਾਦਸਾ ਜਿਹੜਾ ਇਹ ਸਰਕਾਰ ਨੇ ਕੀਤਾ, ਮੰਤਰੀਆਂ ਨੇ ਕੀਤਾ। ਪਰ ਹੁਣ ਇਹ ਸਾਡਾ ਪੰਜਾਬ ਦਾ ਪ੍ਰਧਾਨ ਆ ਕਾਂਗਰਸ ਦਾ, ਜੋ ਇਹ ਚਾਹੂਗਾ ਅਸੀਂ ਤਾਂ ਉਵੇਂ ਕਰਾਂਗੇ। ਹੁਣ ਇਹਨਾਂ ਗੱਲਬਾਤ ਕਰਕੇ ਦੇਖਦੇ ਕੀ ਕਹਿੰਦੇ। जी नहीं, हम राजनीति तो हम नहीं कहेंगे। हमें तो ये है कि सब हमारे दुख में शामिल हो रहे हैं और जिनको ये लगता है कि राजनीति हो रही है, जिस पार्टी को लगता है राजनीति हो रही है, मैं नाम अब नहीं लूँगा, उस पार्टी का एक भी नुमाइंदा मेरे पास अभी तक नहीं आया है, ना उसने एक मतलब कॉल ही की है। अगर उसको लग रहा है कि राजनीति हो रही तो वो भी आके अपनी रोटी सेंक ले आके, तावा गर्म है तो
जो दोषी हैं उनकी गिरफ्तारी होनी चाहिए। नवजोत सिंह सिद्धू के सनशन को कैसे देख रहे हो? अच्छा बैठे हैं, देख रहे हैं उनकी ताकत में। लगता है ये चीज़ें इंसाफ दिलाने में परिवार की मदद करेंगी? हाँ, लगता तो ऐसा ही है। दोषियों को कार्रवाई होनी चाहिए। दोषी ਉੱਥੇ ਲਖੀਮਪੁਰ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਭਾਲ ਲਗਾਤਾਰ ਜਾਰੀ ਹੈ, ਪਰ ਪਿਤਾ ਅਜੇ ਮਿਸ਼ਰਾ ਦਾ ਬਿਆਨ ਸਾਹਮਣੇ ਆਇਆ ਕਿ ਆਸ਼ੀਸ਼ ਕਿਤੇ ਭੱਜਿਆ ਨਹੀਂ ਹੈ ਤੇ ਸ਼ਨੀਵਾਰ ਨੂੰ ਯੂਪੀ ਪੁਲਿਸ ਦੇ ਸਾਹਮਣੇ ਪੇਸ਼ ਹੋਵੇਗਾ। ਇਸ ਦੇ ਵਿਚਾਲੇ ਲਖੀਮਪੁਰ ਕਾਂਡ ਦੇ 6 ਦਿਨ ਬੀਤ ਜਾਣ ਦੇ ਬਾਅਦ ਸੀਐਮ ਯੋਗੀ ਨੇ ਵੀ ਪਹਿਲਾ ਬਿਆਨ ਦਿੱਤਾ ਹੈ। ਲਖੀਮਪੁਰ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਭਾਲ ਅਜੇ ਵੀ ਪੁਲਿਸ ਨੂੰ ਹੈ। ਸ਼ੁੱਕਰਵਾਰ ਨੂੰ ਪੇਸ਼ ਨਾ ਹੋਣ ਤੇ ਅਜੇ ਮਿਸ਼ਰਾ ਦੇ ਘਰ ਦੇ ਬਾਹਰ ਦੂਜਾ ਨੋਟਿਸ ਚਿਪਕਾ ਦਿੱਤਾ ਗਿਆ, ਜਿਸ ਦੇ ਵਿੱਚ ਸ਼ਨੀਵਾਰ ਸਵੇਰੇ 11 ਵਜੇ ਪੇਸ਼ ਹੋਣ ਦੇ ਲਿਖਿਆ ਗਿਆ। ਇਸ ਦੇ ਵਿਚਾਲੇ ਆਸ਼ੀਸ਼ ਮਿਸ਼ਰਾ ਦੇ ਪਿਤਾ ਅਜੇ ਮਿਸ਼ਰਾ ਦਾ ਬਿਆਨ ਸਾਹਮਣੇ ਆਇਆ। ਉਹਨਾਂ ਕਿਹਾ ਕਿ ਸਿਹਤ ਦੀ ਵਜ੍ਹਾ ਦੇ ਕਾਰਨ ਆਸ਼ੀਸ਼ ਪੇਸ਼ ਨਹੀਂ ਹੋ ਸਕਿਆ ਤੇ ਸ਼ਨੀਵਾਰ ਨੂੰ ਇਹ ਯੂਪੀ ਪੁਲਿਸ ਦੇ ਸਾਹਮਣੇ ਪੇਸ਼ होगा। किसानों के भेष में छुपे हुए उपद्रवियों ने जिस तरह से लोगों को पीटा है, अगर आपने वीडियो देखा होगा तो आपको यह भी विश्वास होगा कि अगर मेरा बेटा भी वहाँ होता तो उसकी भी हत्या अब तक हो चुकी होती। जिस तरह से ये दुर्भाग्यपूर्ण तरीके से झूठे आरोप लगाए जा रहे हैं, वो ये सरकार योगी जी की सरकार है, उत्तर प्रदेश में भारतीय जनता पार्टी की सरकार है, निष्पक्ष जांच होती है। ਲਖੀਮਪੁਰ ਕਾਂਡ ਤੇ ਸਿਆਸਤ ਖੂਬ ਗਰਮਾਈ ਹੈ। ਸਾਰੀਆਂ ਵਿਰੋਧੀ ਪਾਰਟੀਆਂ ਯੋਗੀ ਸਰਕਾਰ ਨੂੰ ਘੇਰ ਰਹੀਆਂ ਸਨ, ਸੀਐਮ ਯੋਗੀ ਤੋਂ ਸਵਾਲ ਪੁੱਛ ਰਹੀਆਂ ਸਨ, ਪਰ ਸੀਐਮ ਯੋਗੀ ਵੱਲੋਂ ਅਜੇ ਤੱਕ ਚੁੱਪੀ ਧਾਰੀ ਹੋਈ ਸੀ। ਪਰ ਘਟਨਾ ਦੇ 6ਵੇਂ ਦਿਨ ਯੋਗੀ ਆਦਿੱਤਿਆਨਾਥ ਦਾ ਬਿਆਨ ਸਾਹਮਣੇ ਆਇਆ ਤੇ ਮਾਮਲੇ ਦੀ ਤਹਿ ਤੱਕ ਜਾਣ ਦੀ ਗੱਲ ਕਹੀ ਹੈ। ਨਾਲ ਹੀ ਸੀਐਮ ਨੇ ਕਿਹਾ ਹੈ ਕਿ ਗ੍ਰਿਫਤਾਰੀ ਤੋਂ ਪਹਿਲਾਂ ਸਬੂਤ ਹੋਣਾ ਵੀ ਜ਼ਰੂਰੀ ਹੈ। कोई वीडियो अभी तक इस प्रकार का नहीं, हमने तो नंबर भी जारी किया है जी कि अगर किसी के पास कोई साक्ष्य है तो इस पे अपलोड करें। और हमने कहा ना, दूध का दूध और पानी का पानी होगा, अन्याय किसी के साथ नहीं होगा, कानून को हाथ में लेने की छूट भी किसी को नहीं दी जाएगी, लेकिन किसी के दबाव में भी कोई कार्रवाई नहीं। उधर कांग्रेस ने सरकार ते इल्जाम लगाए ने ते कहा कि भाजपा मुलजमां नूं बचा रही है। शर्म आनी चाहिए मुख्यमंत्री उत्तर प्रदेश को। वो ये कहते हैं कि अजय टीमी के बेटे के खिलाफ साक्ष्य नहीं, यानी मुख्यमंत्री ही क्लीन चिट सर्टिफिकेट दे रहे हैं। उन्होंने उन्नाव में ये किया, उन्होंने हाथरस में ये किया, उन्होंने मनीष गुप्ता मर्डर केस में ये किया, उन्होंने तिवाड़ी एनकाउंटर केस में ये किया, और अब फिर वो लखीमपुर खीरी केस में फिर क्लीन चिट अपराधियों को दे रहे हैं। हम ये पूछना चाहते हैं आदित्यनाथ जी, आप अपराधियों के साथ हैं या कानून के साथ? पहले तो ये बता। किसान आगू राकेश टिकैत ने भी 12 तरीक तक का अल्टीमेटम दिता हुआ है। टिकैत ने कहा कि जो दोषी ना फड़े गए तो उस तो बाद अगली रणनीति का ऐलान किया जाएगा। अगर नहीं होगा तो कोई बात नहीं भाई, वो तो सरकार बताएगी। 12 तारीख के बाद में आंदोलन होंगे और आंदोलन होंगे। अब जो आंदोलन होगा उनके इस्तीफे के लिए होगा। अगला जो आंदोलन वहाँ पे होंगे, जो यूपी में वहाँ चलेंगे, तो उसके आंदोलन के बाद वो चलेंगे। पूरे देश में क्या चलेगा, 12 तारीख के बाद में अपना निर्णय लेंगे। लखीमपुर कांड ते सियासत रुक नहीं रही, पीड़ित इंसाफ मंग रहे ने। इस मामले ते सुप्रीम कोर्ट ने भी सख्ती विखाई है। यूपी सरकार भी मुलजमां ते सख्त कार्रवाई करने की गल आख रही है, पर वड्डा सवाल है कि दोषियों ते कार्रवाई होवेगी कदों। ब्यूरो रिपोर्ट, न्यूज़ 18 पंजाब।